Good morning, students. Today we will continue topic productivity. Second topic is productivity and profitability. Profit is the favorable change in owner's equity which result from business operations. ਹੁਣ ਪ੍ਰੋਫਿਟ ਆਪਾਂ ਨੂੰ ਪਤਾ ਹੈ ਕਿ ਇੱਕ ਪ੍ਰੋਫਿਟ ਜਿਹੜਾ ਆਪਾਂ ਪ੍ਰੋਫਿਟ ਇੱਕ ਫੇਵਰੇਬਲ ਮਤਲਬ ਕਿ ਇਹ ਵੀ ਪੋਜ਼ਿਟਿਵ ਚੇਂਜ ਹੈ ਇੱਕ ਓਨਰ ਦੀ ਇਕੁਇਟੀ ਦੇ ਵਿੱਚ। ਓਨਰ ਦੀ ਇਕੁਇਟੀ ਮੀਨਿੰਗ ਕੀ ਹੈ ਇੱਥੇ ਦੇਖੋ, ਇੱਕ ਤਾਂ ਖੁਦ ਦੇ ਫੰਡਸ ਹੁੰਦੇ ਨੇ ਤੇ ਇੱਕ ਹੁੰਦੇ ਨੇ ਬੋਰਡ ਫੰਡਸ। ਓਨਰਸ ਇਕੁਇਟੀ ਮੀਨਸ ਸ਼ੇਅਰ ਹੋਲਡਰਸ ਫੰਡ ਤੇ ਸੈਕਿੰਡ ਸਾਈਡ ਹੁੰਦਾ ਡੈਟ ਜੋ ਆਪਾਂ ਕਿਸੇ ਹੋਰ ਤੋਂ ਕੀ ਕਰਦੇ ਹਾਂ ਲਾਈਕ ਲੌਂਗ ਟਰਮ ਬੋਰਿੰਗ ਹੋ ਗਈਆਂ, ਆਪਣੇ ਲੌਂਗ ਟਰਮ ਪ੍ਰੋਵੀਜ਼ਨਸ ਹੋ ਗਏ, ਕਰੰਟ ਨੋਨ ਕਰੰਟ ਲਾਇਬਿਲਿਟੀਜ਼ ਹੋ ਗਏ, ਸਾਰਾ ਕਿ ਆਪਣਾ ਟੋਟਲ ਡੈਟ ਹੈ। ਤਾਂ ਪ੍ਰੋਫਿਟ ਕੀ ਆਪਣਾ ਇੱਕ ਫੇਵਰੇਬਲ ਚੇਂਜ ਹੈ ਇੱਕ ਸ਼ੇਅਰ ਹੋਲਡਰ ਦੇ ਖੁਦ ਦੇ ਫੰਡਸ ਦੇ ਵਿੱਚ। ਇਟ ਇਜ਼ ਐਨ ਇਨਫਲੋ ਆਫ ਐਸੈਟਸ ਵਿਚ ਰਿਜ਼ਲਟ ਇਨ ਇਨਕਰੀਜ਼ ਇਨ ਓਨਰਸ ਇਕੁਇਟੀ। ਆਪਾਂ ਨੂੰ ਪਤਾ ਹੈ ਵੀ ਇਨਫਲੋ ਆਫ ਐਸੈਟਸ ਇਨਫਲੋ ਕਦੋਂ ਕਰ ਰਹੇ ਨੇ ਜੇ ਆਪਣੀ ਇਕੁਇਟੀ ਜਿਹੜੀ ਉਹ ਇਨਕਰੀਜ਼ ਹੋ ਰਹੀ ਹੈ, ਆਪਾਂ ਨੂੰ ਪ੍ਰੋਫਿਟਸ ਹੋ ਰਹੇ ਨੇ। ਇਨ ਅਦਰ ਵਰਡਸ ਪ੍ਰੋਫਿਟ ਬਰੋਡਲੀ ਡੀਨੋਟ ਐਕਸੈਸ ਆਫ ਸੇਲ ਓਵਰ ਟੋਟਲ ਕਾਸਟ। ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਪ੍ਰੋਫਿਟ ਇਜ਼ ਇਕੁਅਲ ਟੂ ਟੋਟਲ ਸੇਲਸ ਮਾਈਨਸ ਟੋਟਲ ਕਾਸਟ। ਇੰਪਰੂਵਮੈਂਟ ਇਨ ਪ੍ਰੋਫਿਟੇਬਿਲਿਟੀ ਡਜ਼ਨਟ ਨੈਸੈਸਰਲੀ ਮੀਨ ਇੰਪਰੂਵਮੈਂਟ ਇਨ ਪ੍ਰੋਡਕਟੀਵਿਟੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਆਪਣੇ ਕੰਸਰਨ ਦੀ ਆਪਣੇ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਹੈ ਉਹ ਇਨਕਰੀਜ਼ ਹੋ ਰਹੀ ਹੈ ਤਾਂ ਆਪਣੀ ਪ੍ਰੋਡਕਟੀਵਿਟੀ ਵੀ ਇਨਕਰੀਜ਼ ਹੋ ਰਹੀ ਹੈ। ਵਾਈ ਬਿਕੋਜ਼ ਪ੍ਰੋਫਿਟੇਬਿਲਿਟੀ ਮੇ ਇੰਪਰੂਵ ਬਿਕੋਜ਼ ਆਫ ਮੈਨੀ ਅਦਰ ਰੀਜ਼ਨਸ। ਕਿਉਂਕਿ ਜਿਹੜਾ ਆਪਣਾ ਪ੍ਰੋਫਿਟ ਹੈ ਉਹ ਹੋਰ ਰੀਜ਼ਨਸ ਕਰਕੇ ਵੀ ਇਨਕਰੀਜ਼ ਹੋ ਸਕਦਾ ਹੈ। ਹੋਰ ਰੀਜ਼ਨਸ ਲਾਈਕ ਤੁਸੀਂ ਕੀ ਕਰ ਰਹੇ ਹੋ, ਨੋਨ ਪ੍ਰਾਈਸ ਫੈਸਿਲਿਟੀਜ਼ ਦੇ ਰਹੇ ਹੋ ਹੈ ਨਾ, ਲਾਈਕ ਤੁਸੀਂ ਸੇਲਿੰਗ ਦੇ ਵਿੱਚ ਕੋਈ ਵਧੀਆ ਫੈਸਿਲਿਟੀਜ਼ ਦੇ ਰਹੇ ਹੋ ਕਸਟਮਰ ਨੂੰ, ਤੁਹਾਡਾ ਇੱਕ ਵਧੀਆ ਰੈਪੂਟੇਸ਼ਨ ਹੈ, ਗੁੱਡਵਿਲ ਹੈ, ਤਾਂ ਵੀ ਤੁਹਾਡੀ ਜਿਹੜੀ ਪ੍ਰੋਫਿਟੇਬਿਲਿਟੀ ਉਹ ਕੀ ਹੋ ਸਕਦੀ ਹੈ ਵਿਦਆਊਟ ਇਨਕਰੀਜ਼ ਇਨ ਪ੍ਰੋਡਕਟੀਵਿਟੀ ਇਨਕਰੀਜ਼ ਹੋ ਸਕਦੀ। ਕਿਉਂਕਿ ਇੱਥੇ ਪ੍ਰੋਡਕਟੀਵਿਟੀ ਤੁਹਾਡੀ ਸੇਮ ਹੈ ਬਟ ਤੁਹਾਡੀ ਪ੍ਰੋਫਿਟੇਬਿਲਿਟੀ ਜਿਹੜੀ ਫਿਰ ਵੀ ਇਨਕਰੀਜ਼ ਹੋ ਰਹੀ ਹੈ। ਮੀਨਿੰਗ ਤੁਹਾਡੀ ਆਊਟਪੁੱਟ ਪਹਿਲਾਂ ਵੀ 100 ਯੂਨਿਟਸ ਦੀ ਸੀ ਇੱਕ ਮੰਥ ਦੀ, ਹੁਣ ਵੀ 100 ਯੂਨਿਟਸ ਜਾਂ ਫਿਰ 1000 ਯੂਨਿਟਸ ਦੀ ਸੀ ਹੁਣ ਵੀ 1000 ਦੀ ਹੈ, ਬਟ ਫਿਰ ਵੀ ਤੁਹਾਡਾ ਜਿਹੜਾ ਪ੍ਰੋਫਿਟ ਉਹ ਇਨਕਰੀਜ਼ ਹੋ ਰਿਹਾ। ਕਿਉਂਕਿ ਤੁਹਾਡੀ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਵਧੀਆ, ਤੁਹਾਡੇ ਪ੍ਰੋਡਕਟ ਦੀ ਕਮਾਂਡ ਵਧੀ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਕਹਿ ਸਕਦੇ ਵੀ ਫੋਰ ਐਗਜ਼ਾਮਪਲ ਪ੍ਰੋਫਿਟ ਮੇ ਇਨਕਰੀਜ਼ ਬਿਕੋਜ਼ ਆਫ ਇਨਕਰੀਜ਼ ਇਨ ਸੈਲਿੰਗ ਪ੍ਰਾਈਸ। ਪ੍ਰੋਫਿਟ ਤੁਹਾਡਾ ਸੈਲਿੰਗ ਪ੍ਰਾਈਸ ਕਰਕੇ ਵੀ ਕੀ ਹੋ ਸਕਦਾ ਹੈ, ਇਨਕਰੀਜ਼ ਹੋ ਸਕਦਾ ਹੈ। ਨੈਕਸਟ ਟੋਪਿਕ ਆਪਣਾ ਮੈਜ਼ਰਮੈਂਟ ਆਫ ਪ੍ਰੋਡਕਟੀਵਿਟੀ। ਮੈਜ਼ਰਮੈਂਟ ਆਫ ਪ੍ਰੋਡਕਟੀਵਿਟੀ ਦੇ ਵਿੱਚ ਆਪਾਂ ਕੀ ਕਰਾਂਗੇ, ਫਸਟ ਕਿ ਦੇਖੋ ਪ੍ਰੋਡਕਟੀਵਿਟੀ ਇਜ਼ ਡਿਫੀਕਲਟ ਟੂ ਮੈਜ਼ਰ ਔਨ ਅਕਾਊਂਟਸ ਆਫ ਦਾ ਫੋਲੋਇੰਗ। ਪ੍ਰੋਡਕਟੀਵਿਟੀ ਨੂੰ ਮੈਜ਼ਰ ਕਰਨਾ ਡਿਫੀਕਲਟ ਟਾਸਕ ਹੈ, ਕਿਉਂ? ਫਸਟ ਕਿ ਦੇਖੋ ਇੰਟਰਡਿਪੈਂਡੈਂਸ ਆਫ ਫੈਕਟਰਲ ਪ੍ਰੋਡਕਟੀਵਿਟੀਜ਼। ਇਸ ਦੇ ਵਿੱਚ ਕੀ ਹੈ, ਪ੍ਰੋਡਕਟੀਵਿਟੀ ਆਫ ਵਨ ਫੈਕਟਰ ਮੇ ਬੀ ਅਫੈਕਟਡ ਬਾਈ ਦਾ ਪ੍ਰੋਡਕਟੀਵਿਟੀ ਆਫ ਅਨਦਰ। ਇੱਕ ਫੈਕਟਰ ਦੀ ਪ੍ਰੋਡਕਸ਼ਨ ਦਾ ਦੂਜੇ ਫੈਕਟਰ ਨਾਲ ਕੀ ਹੈ, ਅਫੈਕਟ ਜਾਂ ਫਿਰ ਰਿਲੇਸ਼ਨ ਹੈ। ਫੋਰ ਐਗਜ਼ਾਮਪਲ ਲੇਬਰ ਪ੍ਰੋਡਕਟੀਵਿਟੀ ਮੇ ਬੀ ਅਫੈਕਟਡ ਬਾਈ ਬੈਡ ਕੁਆਲਿਟੀ ਆਫ ਮਟੀਰੀਅਲ, ਡਿਫੈਕਟਿਵ ਟੂਲਸ, ਮਸ਼ੀਨਰੀ ਐਂਡ ਪੂਅਰ ਕੁਆਲਿਟੀ ਆਫ ਮੈਨੇਜਮੈਂਟ। ਹੁਣ ਦੇਖੋ ਲੇਬਰ ਆਪਾਂ ਨੇ ਲਗਾਈ, ਮੰਨ ਲਓ ਇੱਕ ਦਿਨ ਦੇ ਵਿੱਚ ਤੁਸੀਂ 5 ਵਰਕਰਸ ਲਗਾ ਰਹੇ ਹੋ, ਹੁਣ ਉਹ 5 ਵਰਕਰਸ ਦਾ ਵੀ ਤੁਹਾਡੀ ਕੋਸਟ ਉਹਨਾਂ ਦੀ ਜ਼ਿਆਦਾ ਕਦੋਂ ਪੈ ਜਾਏਗੀ, ਜਦੋਂ ਤੁਹਾਡਾ ਮਟੀਰੀਅਲ ਜਿਹੜਾ ਉਹ ਬੈਡ ਕੁਆਲਿਟੀ ਦਾ, ਉਹਨਾਂ ਨੂੰ ਉਸਨੂੰ ਕਨਵਰਟ ਕਰਨ ਦੇ ਵਿੱਚ ਬਹੁਤ ਸਾਰਾ ਟਾਈਮ ਲੱਗ ਰਿਹਾ ਹੈ। ਜੋ ਮਸ਼ੀਨਸ ਦੇ ਉੱਪਰ ਉਹ ਕੰਮ ਕਰ ਰਹੇ ਨੇ ਦਿਨ ਦੇ ਵਿੱਚ ਉਹ ਕਿੰਨੇ ਡਿਫੈਕਟਿਵ ਨੇ ਹੈ ਨਾ, ਵਾਰ-ਵਾਰ ਕੰਮ ਕਰਦੇ, ਪ੍ਰੋਸੈਸਿੰਗ ਟਾਈਮ ਰੁਕ ਰਹੇ ਨੇ, ਜਾਂ ਫਿਰ ਜਿਹੜੀ ਮੈਨੇਜਮੈਂਟ ਉਹ ਵਧੀਆ ਨਹੀਂ ਹੈਗੀ, ਉਹਦੀ ਵਧੀਆ ਕੇਅਰ ਆਫ ਨਹੀਂ ਕਰ ਰਹੀ। ਤਾਂ ਇੱਕ ਕੀ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਡਕਟੀਵਿਟੀ ਨੂੰ ਮੈਜ਼ਰ ਕਰਨਾ ਇੱਕ ਡਿਫੀਕਲਟ ਟਾਸਕ ਹੈ। ਕਿਉਂਕਿ ਜੋ ਪ੍ਰੋਡਕਟੀਵਿਟੀ ਟਾਈਮ ਦੇ ਵਿੱਚ ਕੀ ਨੇ ਫੈਕਟਰਸ ਨੇ ਉਹ ਸਾਰੇ ਆਪਸ ਦੇ ਵਿੱਚ ਕੀ ਨੇ ਰਿਲੇਟਡ ਨੇ। ਨੈਕਸਟ ਪੁਆਇੰਟ ਕੀ ਹੈ, ਜਨਰਲ ਡਿਸਐਗਰੀਮੈਂਟ ਐਜ਼ ਟੂ ਮੈਜ਼ਰਿੰਗ ਆਊਟਪੁੱਟ ਐਂਡ ਇਨਪੁੱਟ। When a concern is engaged in production of a variety of goods, it is difficult to measure productivity of the whole concern। ਆਪਾਂ ਨੂੰ ਪਤਾ ਵੀ ਜੇ ਇੱਕ ਬਿਜ਼ਨਸ ਦੇ ਵਿੱਚ ਦੇਖੋ ਕੋਈ ਇੱਕ ਕਲੌਥ ਬਿਜ਼ਨਸ ਵੀ ਹੈ, ਸਟੀਲ ਬਿਜ਼ਨਸ ਵੀ, ਦੋ ਬਿਜ਼ਨਸਿਸ ਨੇ ਆਪਸ ਦੇ ਵਿੱਚ ਹੈ ਨਾ, ਉਹਨਾਂ ਦੇ ਵਿੱਚ ਕਿੰਨੀਆਂ ਜ਼ਿਆਦਾ ਵੈਰਾਈਟੀਜ਼ ਆਫ ਗੁੱਡਸ ਪ੍ਰੋਡਿਊਸ ਹੋਣਗੇ ਇੱਕ ਦਿਨ ਦੇ ਵਿੱਚ, ਤਾਂ ਉਹਨਾਂ ਦੀ ਦੇਖੋ ਇਕੱਲੇ ਦੀ ਪ੍ਰੋਡਕਟੀਵਿਟੀ ਮੈਜ਼ਰ ਕਰਨਾ ਕੀ ਇੱਕ ਡਿਫੀਕਲਟ ਜਿਹਾ ਟਾਸਕ ਹੈ ਕਿ ਇੰਡੀਵਿਜੂਅਲ ਪ੍ਰੋਡਕਟਸ ਨੂੰ ਕੋਸਟ ਅਸਾਈਨ ਕਰਨਾ ਇੱਕ ਕੀ ਹੈ ਡਿਫੀਕਲਟ ਟਾਸਕ ਹੈ। Moreover, when the value of money doesn't remain the stable due to fluctuation in price level, the productivity measured in terms of monetary value may not reveal the correct position। ਜਦੋਂ ਮਨੀ ਦੀ ਵੈਲਿਊ ਹੈ ਜਿਹੜੀ ਉਹ ਕੌਂਸਟੈਂਟ ਨਹੀਂ ਰਹਿੰਦੀ ਹੈਗੀ, ਕਿਉਂਕਿ ਪ੍ਰਾਈਸਿਸ ਦੇ ਵਿੱਚ ਫਲਕਚੁਏਸ਼ਨਸ ਹੋ ਰਹੇ ਨੇ, ਕਦੇ ਇਨਫਲੇਸ਼ਨ ਆ ਰਿਹਾ ਇਕੋਨਮੀ ਦੇ ਵਿੱਚ, ਕਦੇ ਡਿਫਲੇਸ਼ਨ ਆ ਰਿਹਾ ਹੈ, ਤਾਂ ਜੋ ਆਪਾਂ ਕਹਿ ਸਕਦੇ ਵੀ ਪ੍ਰੋਡਕਟੀਵਿਟੀ ਉਸ ਨੂੰ ਮੋਨੀਟਰੀ ਯੂਨਿਟਸ ਦੇ ਵਿੱਚ ਰਿਵੀਲ ਕਰਨਾ ਵੀ ਪੋਸੀਬਲ ਨਹੀਂ ਹੈਗਾ। ਜਦੋਂ ਪ੍ਰੋਡਕਟੀਵਿਟੀ ਤੁਸੀਂ ਪ੍ਰੋਪਰ ਆਪਾਂ ਕਹਿ ਸਕਦੇ ਵੀ ਮੈਜ਼ਰਮੈਂਟ ਨਹੀਂ ਕਰ ਪਾ ਰਹੇ ਤਾਂ ਤੁਹਾਨੂੰ ਕਰੈਕਟ ਪੋਜੀਸ਼ਨ ਵੀ ਨਹੀਂ ਪਤਾ ਲੱਗ ਸਕਦੀ, ਤਾਂ ਤੁਹਾਡੇ ਜਿਹੜੇ ਰੈਲੀਵੈਂਟ ਫਿਗਰਸ ਉਹ ਵੀ ਕੀ ਹੋ ਸਕਦੇ ਨੇ, ਡਿਫਲੇਟਡ ਹੋ ਸਕਦੇ। ਤਾਂ ਆਪਾਂ ਕਹਿ ਸਕਦੇ ਵੀ ਇਹ ਵੀ ਇੱਕ ਕੀ ਹੈ ਡਿਸਐਗਰੀਮੈਂਟ ਕ੍ਰੀਏਟ ਹੈ, ਤਾਂ ਕਰਕੇ ਪ੍ਰੋਡਕਟੀਵਿਟੀ ਨੂੰ ਫਾਈਂਡ ਆਊਟ ਕਰਨਾ ਜਾਂ ਮੈਜ਼ਰ ਕਰਨਾ ਇੱਕ ਡਿਫੀਕਲਟ ਟਾਸਕ ਹੈ। ਨੈਕਸਟ ਆਪਣੇ ਕੋਲ ਕੀ ਹੈ, ਮੈਜ਼ਰਮੈਂਟ ਆਫ ਓਵਰਆਲ ਪ੍ਰੋਡਕਟੀਵਿਟੀ। ਓਵਰਆਲ ਪ੍ਰੋਡਕਟੀਵਿਟੀ ਨੂੰ ਆਪਾਂ ਕਿਸ ਤਰ੍ਹਾਂ ਮੈਜ਼ਰ ਕਰ ਸਕਦੇ ਹਾਂ, ਇਸ ਦਾ ਫਾਰਮੂਲਾ ਕੀ ਹੈ ਦੇਖੋ, ਵੈਲਿਊ ਆਫ ਆਊਟਪੁੱਟ ਅਪੋਨ ਕਾਸਟ ਆਫ ਇਨਪੁੱਟ, ਇਟ ਇਜ਼ ਇਕੁਅਲ ਟੂ ਟੋਟਲ ਕਾਸਟ ਪਲੱਸ ਨੈਟ ਐਡ ਵੈਲਿਊ ਅਪੋਨ ਟੋਟਲ ਐਸੈਟਸ, ਜਾਂ ਫਿਰ ਰਿਟਰਨ ਔਨ ਕੈਪੀਟਲ ਇੰਪਲਾਇਡ। ਕੈਪੀਟਲ ਇੰਪਲਾਇਡ ਦਾ ਫਾਰਮੂਲਾ ਕੀ ਹੁੰਦਾ ਹੈ,
प्रॉफिट अपॉन कैपिटल इंप्लाइड इंटू 100 या फिर नॉर्मल प्रॉफिट इंटू कैपिटल इंप्लाइड अपॉन 100, ये फॉर्मूला भी आप कह सकते हैं। नैक्सट अपने को की है फैक्टरल प्रोडक्शन या फिर फैक्टरल प्रोडक्टिविटी। इस दे विच की है it means that the productivity of individual factors which contributes to the overall productivity and it may be of the following types के individual productivity ਕਿਹੜੇ types हो सकती है लेबर प्रोडक्टिविटी मटीरियल, क्योंकि मैं ਤੁਹਾਨੂੰ ਕੀ ਕਿਹਾ ਸੀ ਵੀ ਸਾਰੇ ਫੈਕਟਰ ਆਪਸ ਦੇ ਵਿੱਚ ਕੀ ਹੁੰਦੇ ਨੇ ਇੰਟਰਡਿਪੈਂਡੈਂਟ ਹੁੰਦੇ ਨੇ। ਲੇਬਰ ਪ੍ਰੋਡਕਟਿਵਿਟੀ ਮੀਨਸ ਆਪਾਂ ਆਊਟਪੁੱਟ ਪਰ ਮੈਨ ਆਰ ਕੈਲਕੂਲੇਟ ਕਰ ਰਹੇ ਹਾਂ। ਜਦੋਂ ਗੱਲ ਆ ਜਾਏਗੀ ਇੱਥੇ ਮਟੀਰੀਅਲ ਪ੍ਰੋਡਕਟਿਵਿਟੀ ਦੀ, ਫਿਰ ਆਪਾਂ ਰॉ ਮਟੀਰੀਅਲ ਵਰਤਾਂਗੇ ਮੈਨ ਆਰ ਦੀ ਜਗ੍ਹਾ 'ਤੇ। ਹੁਣ ਆਪਾਂ ਲੇਬਰ ਦੇ ਬਿਹਾਫ 'ਤੇ ਦੇਖ ਰਹੇ ਹਾਂ ਆਊਟਪੁੱਟ, ਤਾਂ ਆਪਣਾ ਫਾਰਮੂਲਾ ਕੀ ਹੋਏਗਾ ਟੋਟਲ ਆਊਟਪੁੱਟ ਕਿੰਨੀਆਂ ਯੂਨਿਟਸ ਪ੍ਰੋਡਿਊਸ ਹੋਈਆਂ ਅਪੋਨ ਟੋਟਲ ਮੈਨ ਆਰਸ ਜਾਂ ਫਿਰ ਅਪੋਨ ਟੋਟਲ ਲੇਬਰ, ਵੀ ਕਿੰਨੀ ਲੇਬਰ ਲਗਾ ਕੇ ਕਿੰਨੀਆਂ ਯੂਨਿਟਸ ਆਪਣੀਆਂ ਪ੍ਰੋਡਿਊਸ ਹੋਈਆਂ। ਹੁਣ ਮੈਨ ਆਰਸ ਆਪਾਂ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਟੋਟਲ ਮੈਨ ਆਰਸ ਕਿੰਨੇ ਨੇ ਅਤੇ ਟੋਟਲ ਆਊਟਪੁੱਟ ਯੂਨਿਟਸ ਦੇ ਵਿੱਚ ਕਿੰਨੇ ਹੈ। ਤਾਂ ਇਹ ਫਾਰਮੂਲਾਜ਼ ਨੇ ਕੁਛ, ਇਹਨਾਂ ਨੂੰ ਇੱਕ ਵਾਰ ਰੀਡ ਆਊਟ ਕਰ ਲਿਓ ਨੂਮੈਰੀਕਲ ਕੁਐਸਚਨਸ ਕਰਨ ਤੋਂ ਪਹਿਲਾਂ। ਨੈਕਸਟ ਦੇਖੋ ਮਟੀਰੀਅਲ ਪ੍ਰੋਡਕਟਿਵਿਟੀ। ਮਟੀਰੀਅਲ ਦੇ ਵਿੱਚ ਆਪਾਂ ਕੀ ਦੇਖਾਂਗੇ, ਉਸ ਦੇ ਵਿੱਚ ਆਪਾਂ ਨੇ ਮੈਨ ਪਰ ਆਰ ਦੇਖਿਆ ਸੀ, ਇਸ ਦੇ ਵਿੱਚ ਆਪਾਂ ਦੇਖਾਂਗੇ ਮਟੀਰੀਅਲ ਦਾ ਨੰਬਰ ਆਫ ਯੂਨਿਟਸ ਪ੍ਰੋਡਿਊਸਡ। ਜੇ ਆਪਾਂ ਰੇਸ਼ੋ ਦੇਖਣੇ ਵੇਸਟੇਜ ਦੀ, ਤਾਂ ਵੇਸਟੇਜ ਮਟੀਰੀਅਲ ਕਿੰਨਾ ਹੈ ਅਤੇ ਉਸ ਦੇ ਵਿੱਚੋਂ ਟੋਟਲ ਮਟੀਰੀਅਲ ਕੰਜ਼ਿਊਮਡ ਕਿੰਨਾ ਹੈ। ਤਾਂ ਇਹ ਫਾਰਮੂਲਾਜ਼ ਨੇ। ਨੈਕਸਟ ਆਪਾਂ ਟੋਪਿਕ ਕਰਦੇ ਹਾਂ ਇੰਪਰੂਵਿੰਗ ਪ੍ਰੋਡਕਟਿਵਿਟੀ। ਪ੍ਰੋਡਕਟਿਵਿਟੀ ਨੂੰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ। First देखो human aspect of these, the first is relatively complicated because it is based on human nature and the success of it depends upon the willing cooperation between the two wings of production, capital and labor। पहली गल तो अपन ह्यूमन आसपैक्ट जो इंप्रूव करने की जरूरत है। ह्यूमन आसपैक्ट किवें इंप्रूव कर सकते हैं, जे आप प्रॉपर HRA टैकनीक्स लगावे, ह्यूमन रिसोर्सिस एलोकेटिंग या फिर ह्यूमन रिसोर्स अकाउंटिंग करांगे प्रॉपर, क्योंकि दो ही फैक्टर्स ने, एक कैपिटल तो एक लेबर, जिन्होंने आपस के ही कोऑपरेशन ना होया ਤਾਂ ਪ੍ਰੋਡਕਟਿਵਿਟੀ ਵੀ ਨਹੀਂ ਹੋ ਸਕਦੀ। ਹਾਇਰ ਦਾ ਕੋਆਪਰੇਸ਼ਨ ਬਿਟਵੀਨ ਕੈਪੀਟਲ ਐਂਡ ਲੇਬਰ, ਗ੍ਰੇਟਰ ਦਾ ਪ੍ਰੋਡਕਸ਼ਨ। ਸੋ ਐਵਰੀ ਐਫਰਟ ਸ਼ੁੱਡ ਬੀ ਮੇਡ ਟੂ ਹੈਵ ਦਾ ਵਿਲਿੰਗ ਕੋਆਪਰੇਸ਼ਨ ਬਿਟਵੀਨ ਟੂ ਥਿੰਗਸ ਆਫ ਪ੍ਰੋਡਕਸ਼ਨ। ਤਾਂ ਪ੍ਰੋਪਰ ਕੋਆਪਰੇਸ਼ਨ ਇਹਦੇ ਵਿੱਚ ਹੋਣ ਦੀ ਕੀ ਹੈ ਜ਼ਰੂਰਤ ਹੈ। ਨੈਕਸਟ ਕੀ ਹੈ ਮਿਊਚੁਅਲ ਟਰਸਟ। ਮਿਊਚੁਅਲ ਟਰਸਟ ਐਂਡ ਕੋਆਪਰੇਸ਼ਨ ਬਿਟਵੀਨ ਕੈਪੀਟਲ ਐਂਡ ਲੇਬਰ। ਲੇਬਰ ਅਤੇ ਕੈਪੀਟਲ ਦੇ ਵਿੱਚ ਕੀ ਹੋਣਾ ਚਾਹੀਦਾ, ਮਿਊਚੁਅਲ ਟਰਸਟ ਹੋਣਾ ਚਾਹੀਦਾ। ਵਰਕਰਸ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ ਮੈਨੇਜਮੈਂਟ ਦੀ, ਤਾਂ ਕਿ ਉਹ ਕੀ ਕਰਨ, ਥੋੜ੍ਹਾ ਜਿਹਾ ਆਪਣੇ ਆਪ ਨੂੰ ਗੁੱਡ ਫੀਲ ਕਰਨ, ਠੀਕ ਹੈ ਵੀ ਹਾਂ ਸਾਡੀ ਵੀ ਥੋੜ੍ਹੀ ਬਹੁਤ ਵੋਇਸ ਹੈਗੀ ਐਡਮਿਨਿਸਟ੍ਰੇਸ਼ਨ ਰਾਈਟਸ ਦੇ ਵਿੱਚ। ਨੈਕਸਟ ਕਿ ਇੰਟਰੋਡਿਊਸਿੰਗ ਰੈਸ਼ਨਲਾਈਜੇਸ਼ਨ ਐਂਡ ਐਟੋਮੇਸ਼ਨ ਬਾਈ ਟੇਕਿੰਗ ਦਾ ਵਰਕਰਸ ਇਨਟੂ ਕੌਨਫੀਡੈਂਸ ਐਂਡ ਗਿਵਿੰਗ ਦੈਮ ਅਸ਼ੋਰੈਂਸ ਦੈਟ ਦੇ ਵਿਲ ਨਾਟ ਬੀ ਰੀਟਰੈਂਚਡ ਡਿਊ ਟੂ ਨੈਸ਼ਨਲਾਈਜੇਸ਼ਨ ਐਂਡ ਆਟੋਮੇਸ਼ਨ। ਰੀਟਰੈਂਚ ਕੀ ਹੁੰਦਾ ਦੇਖੋ, ਥੋੜ੍ਹਾ ਜਿਹਾ ਫਿਰ ਉਹਨੂੰ ਇਹ ਵੀ ਨਾ ਫੀਲ ਕਰਵਾਓ, ਹੈ ਨਾ, ਉਹਨੂੰ ਇਹ ਫੀਲ ਕਰਵਾਓ ਉਹਨੂੰ ਰੀਟਰੈਂਚ ਨਹੀਂ ਕੀਤਾ ਜਾਂਦਾ। ਰੀਟਰੈਂਚ ਕੀ ਹੁੰਦਾ, ਜਦੋਂ ਇੱਕ ਵਰਕਰ ਨੂੰ ਬਿਨਾਂ ਕਿਸੇ ਰੀਜ਼ਨ ਤੋਂ ਇੱਕ ਇੰਡਸਟਰੀ ਦੇ ਵਿੱਚੋਂ ਕੀ ਕੀਤਾ ਜਾਂਦਾ, ਮੂਵ ਆਊਟ ਕੀਤਾ ਜਾਂਦਾ, ਤਾਂ ਉਹ ਕੀ ਬਣ ਜਾਂਦਾ, ਰੀਟਰੈਂਚ ਬਣ ਜਾਂਦਾ। ਤਾਂ ਕਰਕੇ ਉਹਨੂੰ ਕੀ ਕਰੋ, ਵੱਧ ਤੋਂ ਵੱਧ ਆਪਾਂ ਕਹਿ ਸਕਦੇ ਵੀ ਸਟੈਬਲਾਈਜੇਸ਼ਨ ਆਫ ਟੈਨਿਊਰ ਦੀ ਜਿਹੜੀ ਪਾਲਿਸੀ ਉਹ ਅਡਾਪਟ ਕਰੋ, ਉਹਨਾਂ ਨੂੰ ਆਪਣੀ ਫਰਮ ਦੇ ਨਾਲ ਹੀ ਰੱਖੋ। ਦੈਨ ਅਡੋਪਟਿੰਗ ਟੂ ਵੇ ਕਮਿਊਨੀਕੇਸ਼ਨ ਸਰਵਿਸਿਜ਼ ਇਨਫੋਰਮੇਸ਼ਨ ਟੂ ਐਂਡ ਫਰੋਮ ਵਰਕਰਸ। ਵਰਕਰਸ ਨਾਲ ਟੂ ਵੇ ਕਮਿਊਨੀਕੇਸ਼ਨ ਰੱਖੋ, ਇਹ ਇੱਕ ਸਿੰਪਲੈਕਸ ਫਾਰਮ ਦੇ ਵਿੱਚ ਰੱਖੋ ਵੀ ਆਪਣਾ ਡਾਟਾ ਟਰਾਂਸਫਰ ਕੀਤਾ, ਆਪਣੀ ਕੰਸਰਨਸ ਆਈਡੀਆਸ ਟਰਾਂਸਫਰ ਕੀਤੇ, ਨੋ ਫੀਡਬੈਕ, ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਟੂ ਵੇ ਕਮਿਊਨੀਕੇਸ਼ਨ ਉਹਦੇ ਵਿੱਚ ਹੋਣਾ ਚਾਹੀਦਾ। ਨੈਕਸਟ ਕੀ ਗਿਵਿੰਗ ਵੈਰੀਸ ਇਨਸੈਂਟਿਵਸ ਟੂ ਵਰਕਰਸ। ਵਰਕਰਸ ਨੂੰ ਮੋਰ ਐਂਡ ਮੋਰ ਕੀ ਦਿਓ, ਇਨਸੈਂਟਿਵਸ ਦਿਓ, ਠੀਕ ਹੈ, ਤਾਂ ਕਿ ਪ੍ਰੋਪਰ ਰਿਕਰੂਟਮੈਂਟ ਸਿਲੈਕਸ਼ਨ ਟ੍ਰੇਨਿੰਗ ਕਰੋ ਇੱਕ ਇੰਪਲਾਈ ਦੀ ਜੇ ਆਪਣੀ ਇੰਡਸਟਰੀ ਦੇ ਵਿੱਚ ਅਪੁਆਇੰਟ ਕੀਤਾ ਹੈ। ਅਡੋਪਟਿੰਗ ਸੁਜੈਸ਼ਨ ਬਾਕਸ ਸਕੀਮਸ ਬਾਈ ਦਾ ਕੰਸਰਨ ਐਂਡ ਮੇਕਿੰਗ ਦ ਸਕੀਮ ਓਪਨ ਟੂ ਆਲ ਇੰਪਲਾਈਜ਼। ਸੁਜੈਸ਼ਨ ਬਾਕਸ ਸਕੀਮ ਦੇ ਵਿੱਚ ਕੀ ਹੁੰਦਾ, ਇੱਕ ਬਾਕਸ ਰੱਖ ਦਿੱਤਾ ਜਾਂਦਾ, ਸਾਰੇ ਇੰਪਲਾਈਜ਼ ਕੀ ਕਰਨ, ਉਹਦੇ ਵਿੱਚ ਛੋਟੇ ਛੋਟੇ ਚਿਟਸ ਪਾ ਦਿੰਦੇ ਨੇ, ਜੋ ਵੀ ਉਹ ਸੁਜੈਸ਼ਨਸ ਰੱਖਦੇ ਨੇ ਇੱਕ ਕੰਸਰਨ ਦੇ ਰਿਲੇਟਡ। ਨੈਕਸਟ ਆਪਣੇ ਕੋਲ ਕੀ ਹੈ ਟੈਕਨੋਲੋਜੀਕਲ ਆਸਪੈਕਟ। The various technological aspects to which attention should be given for improving productivity are listed as follow. First technological aspect ਕੀ ਹੈ ਲੋਕੇਸ਼ਨ ਐਂਡ ਲੇਆਊਟ ਆਫ ਦਾ ਫੈਕਟਰੀ। ਫੈਕਟਰੀ ਦੀ ਜਿਹੜੀ ਲੇਆਊਟ ਹੈ ਜਾਂ ਫਿਰ ਲੋਕੇਸ਼ਨ ਹੈ ਉਹ ਵੀ ਕੀ ਇਫੈਕਟ ਕਰਦੀ ਹੈ ਪ੍ਰੋਡਕਟਿਵਿਟੀ ਨੂੰ, ਕਿਉਂਕਿ ਜਿੰਨਾ ਜ਼ਿਆਦਾ ਮਟੀਰੀਅਲ ਹੈ ਜਿਹੜਾ ਉਹ ਫੈਕਟਰੀ ਤੋਂ ਦੂਰ ਹੋਏਗਾ ਉਨੀ ਜ਼ਿਆਦਾ ਕੀ ਹੋਏਗੀ ਟਰਾਂਸਪੋਰਟ ਕਾਸਟ ਹੋਏਗੀ। ਰॉ ਮਟੀਰੀਅਲ ਨੂੰ ਫਾਈਨਲਾਈਜ਼ ਫੂਡਸ ਦੇ ਵਿੱਚ ਟਰਾਂਸਪੋਰਟ ਹੋਣ ਦੇ ਵਿੱਚ ਜਾਂ ਕਨਵਰਟ ਹੋਣ ਦੇ ਵਿੱਚ ਕੀ ਲੱਗਣਾ, ਟਾਈਮ ਜ਼ਿਆਦਾ ਲੱਗਣਾ। ਤਾਂ ਲੋਕੇਸ਼ਨ ਅਤੇ ਲੇਆਊਟ ਦੇਖਣਾ, ਫੈਕਟਰੀ ਦਾ ਡਿਜ਼ਾਈਨ ਦੇਖਣਾ। correct producing design so that faculty design may be discontinued। ਜਾਂ ਆਪਾਂ ਕਹਿ ਸਕਦੇ ਵੀ fault design may be discontinued। ਤਾਂ ਆਪਾਂ ਕੀ ਕਰੋ, correct designs ਪਹਿਲਾਂ ਹੀ ਪ੍ਰੀ ਪਲਾਨ ਕਰ ਲਓ, ਤਾਂ ਕਿ ਜੋ ਇੱਦਾਂ ਦੇ ਜਿਹੜੇ ਫਾਲਟ ਡਿਜ਼ਾਈਨਸ ਨੇ ਜਿਹੜੇ ਕਸਟਮਰਸ ਨੂੰ ਪਸੰਦ ਨਾ ਆਉਣ, ਆਪਾਂ ਉਹਨੂੰ ਕੀ ਕਰੀ ਪਹਿਲਾਂ ਹੀ ਕੰਟੀਨਿਊ ਕਰ ਦਿੱਤੀ ਹੈ। ਜਾਂ ਫਿਰ ਜੇ ਆਪਾਂ ਮੋਡੀਫਾਈ ਕਰਨਾ ਚਾਹੁੰਦੇ ਤਾਂ ਆਪਾਂ ਕੋਲ ਕੀ ਹੋਣਾ ਚਾਹੀਦਾ, ਇੱਕ ਪ੍ਰੋਪਰ ਟੂਲਸ ਐਂਡ ਟੈਕਨੀਕਸ ਹੋਣੇ ਚਾਹੀਦੇ ਨੇ। ਨੈਕਸਟ ਕੀ ਹੋ ਗਿਆ ਮੈਨੇਜਮੈਂਟ। ਮੈਨੇਜਮੈਂਟ ਦੇ ਵਿੱਚ ਕੀ ਹੋਵੇ, ਇਕੱਲਾ ਸੈਂਟਰਲਾਈਜੇਸ਼ਨ ਹੀ ਨਾ ਹੋਵੇ, ਸੈਂਟਰਲਾਈਜੇਸ਼ਨ ਹੋਵੇ, ਡੀਸੈਂਟਰਲਾਈਜੇਸ਼ਨ ਹੋਵੇ, ਅਥੋਰਿਟੀ ਨੂੰ ਵੀ ਡੈਲੀਗੇਟ ਕਰੇ ਉਹ, ਠੀਕ ਹੈ, ਪ੍ਰੋਪਰ ਸਿੰਪਲੀਫਿਕੇਸ਼ਨ ਦੇ ਸਟੈਂਡਰਡਾਈਜੇਸ਼ਨ ਕਰੇ ਵਰਕ ਦਾ।
ਜਾਂ ਫਿਰ ਬੈਟਰ ਕੁਆਲਿਟੀ ਕੰਟਰੋਲ ਰੱਖੇ, ਵਰਕ ਸਟੱਡੀ ਟੈਕਨੀਕਸ, ਤਾਂ ਇਹ ਸਾਰਾ ਮੈਨੇਜਮੈਂਟ 'ਤੇ ਡਿਪੈਂਡ ਕਰਦਾ ਹੈ। ਨੈਕਸਟ ਕੀ ਹੈ ਲੇਬਰ ਪ੍ਰੋਡਕਟੀਵਿਟੀ। ਲੇਬਰ ਪ੍ਰੋਡਕਟੀਵਿਟੀ ਕਿਸ ਤਰ੍ਹਾਂ ਹੋ ਸਕਦੀ ਹੈ? ਮੇਕਿੰਗ ਜੋਬ ਐਨਾਲਿਸਿਸ ਟੂ ਨੋ ਦਾ ਕਰੈਕਟਰਿਸਟਿਕਸ ਆਫ ਏ ਜੋਬ। ਜੋਬ ਐਨਾਲਿਸਿਸ ਕੀ ਹੁੰਦਾ ਹੈ? ਜੋਬ ਐਨਾਲਿਸਿਸ ਹੁੰਦਾ ਹੈ ਵੀ ਜੋਬ ਨੂੰ ਕੀ ਕਰਨਾ, ਆਪਾਂ ਕਹਿ ਸਕਦੇ ਜੋਬ ਦੀ ਵਰਥ ਵੀ ਦੇਖਣਾ ਅਤੇ ਜੋਬ ਦੀ ਪੋਜੀਸ਼ਨ ਵੀ ਦੇਖਣਾ, ਨਾਲ ਦੀ ਨਾਲ ਇੰਪਲਾਈਜ਼ ਆ ਉਸ ਜੋਬ ਦੇ ਉੱਪਰ ਪਰਫੋਰਮੈਂਸ ਅਪਰੇਜ਼ਲ ਵੀ ਕਰਨਾ, ਟ੍ਰੇਨਿੰਗ ਪ੍ਰੋਗਰਾਮਸ ਦੇਣਾ ਇੰਪਲਾਈਜ਼ ਨੂੰ, ਟਾਈਮ ਟੂ ਟਾਈਮ ਵਰਕ ਨੂੰ ਸਿੰਪਲੀਫਾਈ ਕਰਨਾ, ਪ੍ਰਮੋਸ਼ਨ ਪੋਲਿਸੀਜ਼, ਇਨਸੈਂਟਿਵ ਸਕੀਮਸ ਲਗਾਉਣੇ ਲੇਬਰ ਦੇ ਲਈ, ਠੀਕ ਹੈ। ਪ੍ਰੀਵੈਂਟਿਵ ਸਟੈਪਸ ਲੈਣੇ ਇਨ ਕੇਸ ਉਹਨਾਂ ਨੂੰ ਫੈਸਿਲਿਟੀਜ਼ ਕੋਈ ਲੋੜ ਹੈ, ਕੋਈ ਹੈ ਨਾ ਫੈਮਿਲੀ ਦੇ ਲਈ, ਖੁਦ ਦੇ ਲਈ ਕੋਈ ਮੈਡੀਕਲ ਹਾਊਸਿੰਗ ਵਗੈਰਾ, ਐਜੂਕੇਸ਼ਨ ਫੈਸਿਲਿਟੀਜ਼ ਦੇਣਾ। ਨੈਕਸਟ ਹੈ ਮਟੀਰੀਅਲ ਪ੍ਰੋਡਕਟੀਵਿਟੀ। ਮਟੀਰੀਅਲ ਆਪਾਂ ਕੀ ਕਹਾਂਗੇ ਵੀ ਰਾਈਟ ਟਾਈਪ ਆਫ ਮਟੀਰੀਅਲ ਰੱਖੋ ਰਾਈਟ ਪਲੇਸ 'ਤੇ। JIT ਜਸਟ ਇਨ ਟਾਈਮ ਹੋ ਗਿਆ, ਲੀਫੋ ਫੀਫੋ ਮੈਥਡਸ ਅਡੋਪਟ ਕਰੋ ਆਪਣੀ ਫੈਕਟਰੀ ਦੇ ਵਿੱਚ। ਮਿਨੀਮਮ ਆਰਡਰਿੰਗ ਕੁਆਂਟੀਟੀ ਰੱਖੋ ਨਾ, ਆਪਾਂ ਜਿੰਨੀ ਕੁ ਜ਼ਰੂਰਤ ਹੈ ਮਟੀਰੀਅਲ ਦੀ। ਮੈਕਸੀਮਮ ਕੁਆਂਟੀਟੀ ਕਦੋਂ ਕਰੋ? ਜਦੋਂ ਆਪਣੇ ਕੋਲ ਸਟਾਕ ਹੈ ਜਿਹੜਾ ਉਹ ਕੀ ਹੋ ਜਾਂਦਾ ਹੈ? ਓਵਰ ਸਟਾਕ ਹੋ ਜਾਂਦਾ ਹੈ। ਨੈਕਸਟ ਕੀ ਹੈ ਮਸ਼ੀਨ ਪ੍ਰੋਡਕਟੀਵਿਟੀ। ਮਸ਼ੀਨ ਦੇ ਵਿੱਚ ਕੀ ਹੋ ਸਕਦਾ? ਜਿਹੜੇ ਟੂਲਸ ਟੈਕਨੀਕਸ ਪ੍ਰੋਪਰ ਉਹਦੀ ਰਿਪੇਅਰ ਹੋਵੇ ਅਤੇ ਪ੍ਰੋਪਰ ਮੇਨਟੇਨੈਂਸ ਹੋਵੇ। ਜੇ ਨਿਊ ਟੈਕਨੋਲੋਜੀ ਦੀ ਜ਼ਰੂਰਤ ਹੈ ਤਾਂ ਆਪਾਂ ਉਹ ਵੀ ਲੈ ਕੇ ਆਓ। ਨੈਕਸਟ ਕੀ ਹੋ ਗਿਆ? ਫਾਈਨਾਂਸ। ਫਾਈਨਾਂਸ ਦੇ ਵਿੱਚ ਕੀ ਹੋ ਗਿਆ? ਅਡੋਪਟਿੰਗ ਕੈਪੀਟਲ ਬਜਟਿੰਗ ਟੂ ਹੈਵ ਕੰਟਰੋਲ ਔਨ ਕੈਪੀਟਲ ਐਕਸਪੈਂਡੀਚਰ। ਕੈਪੀਟਲ ਬਜਟਿੰਗ ਕੀ ਹੁੰਦਾ? ਪ੍ਰੋਪਰ ਮਿਕਸ ਆਫ ਡੈਟ ਐਂਡ ਇਕੁਇਟੀ। ਵੀ ਜੇ ਆਪਾਂ ਡੈਟ ਲੈ ਰਹੇ ਹਾਂ ਤਾਂ ਨਾਲ ਦੀ ਨਾਲ ਕੀ ਰੱਖੋ? ਇਕੁਇਟੀ ਵੀ ਰੱਖੋ। ਜਿਹੜੇ ਮੋਸਟ ਕੰਸਰਨਸ ਨੇ ਉਹ ਕੀ ਕਰਦੇ ਨੇ? ਡੈਟ ਹੀ ਜ਼ਿਆਦਾ ਪ੍ਰੈਫਰ ਕਰਦੇ ਨੇ, ਕਿਉਂਕਿ ਜਿਹੜੀ ਕਾਸਟ ਹੁੰਦੀ ਹੈ ਡੈਟ ਦੀ ਉਹ ਐਜ਼ ਕੰਪੇਅਰ ਟੂ ਇਕੁਇਟੀ ਘੱਟ ਹੁੰਦੀ ਹੈ। ਉਸ ਤੋਂ ਦੂਜਾ ਬੈਨੀਫਿਟ ਕੀ ਹੁੰਦਾ? ਡੈਟ ਦਾ ਵੀ ਇਸ ਦੇ ਇੰਟਰਸਟ 'ਤੇ ਕੀ ਮਿਲ ਜਾਂਦੀ ਹੈ? ਡਿਡਕਸ਼ਨ ਵੀ ਮਿਲ ਜਾਂਦੀ ਹੈ। ਇਹ ਆਪਣਾ ਟੌਪਿਕ ਸੀ। ਨੈਕਸਟ ਕਲਾਸ ਦੇ ਵਿੱਚ ਆਪਾਂ ਕਰਾਂਗੇ ਨੈਸ਼ਨਲ ਪ੍ਰੋਡਕਟੀਵਿਟੀ ਕਾਊਂਸਲ। ਥੈਂਕ ਯੂ।